ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ। ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰ ਕੋ ਸਾਗਰ ਰੂਪ, ਉਜਾਗਰ ਲੋਕਨ ਮਾਹੋ। ਮੈਂ ਤਰਨ ਜਿਉ ਤੁਲਾ ਕਰਕੇ, ਨਿਜ ਬੁੱਧ ਤੇ ਪਾਰ ਪਰਿਆ ਬਚਾਓ। ਹੋਏ ਅਸੀਂ ਜਗ ਮੈਂ ਅਦਕਾਏ, ਤਉ ਮਨ ਮੈਂ ਅਤਿਸ਼ੈ ਉਤਸਾਓ। ਓਚ ਤਰੋ ਜਿਉ ਲਗ ਫਲ ਸੁੰਦਰ, ਵਾਵਨ ਹਾਥ ਪਸਾਰਤ ਤਾਓ। ਏਕ ਓੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਗੁਰੂ ਬਾਬਾ ਜੀ ਬੜੇ ਲੰਮੇ ਸਮੇਂ ਤੋਂ ਬਾਅਦ ਕਲਯੁਗੀ ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਰਾਏ ਪੁਆਇੰ ਦੀ ਤਲਵੰਡੀ, ਜਿੱਥੇ ਭਾਈ ਬਾਲਾ ਜੀ ਦੇ ਪਿਤਾ ਭਾਈ ਚੰਦਰਪਾਨ ਦਾ ਖੂਹ ਬਣਿਆ ਹੋਇਆ, ਉਸ ਥਾਂ 'ਤੇ ਆਪਣੇ ਡੇਰੇ ਲਗਾਤੇ ਭਾਈ ਮਰਦਾਨਾ ਜੀ ਵੀ ਸਤਿਗੁਰੂ ਜੀ ਦੀ ਪਾ ਕਰਕੇ ਆ ਗਿਆ। ਆਪਣੇ ਮਾਂ ਪਿਓ ਧੀਆਂ ਪੁੱਤਾਂ ਨੂੰ ਮਿਲ ਕਰਕੇ ਜਦੋਂ ਵਾਪਸ ਮੁੜਨ ਲੱਗਿਆ, ਅਚਾਨਕ ਹੀ ਮਾਤਾ ਤ੍ਰਿਪਤਾ ਜੀ ਦੀ ਨਿਗਾਹ ਪੈ ਗਈ ਵੀ ਉਹ ਸਾਹਮਣੇ ਭਾਈ ਮਰਦਾਨਾ ਜੀ ਜਾ ਰਹੇ ਨੇ। ਕੀ ਗੱਲ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹਨੇ ਕਿਸ ਥਾਂ 'ਤੇ ਛੱਡ ਦਿੱਤਾ ਹੈ? ਆਉਣ ਸਾਰ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਜੀ ਦੇ ਗਲ ਦੇ ਨਾਲ ਲਾ ਕੇ ਉੱਚੀ ਉੱਚੀ ਬੜਾ ਰੋਦਨ ਬਿਰਲਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਸਮੇਂ ਪੁੱਛਿਆ ਮਾਤਾ ਜੀ ਨੇ ਵੀ ਮੇਰੇ ਪਿਆਰੇ ਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੂੰ ਕਿੱਥੇ ਛੱਡ ਕੇ ਇਕੱਲੀ ਆ ਗਏ ਹੈ? ਪਰ ਭਾਈ ਮਰਦਾਨਾ ਜੀ ਨੇ ਕੋਈ ਖਾਸ ਤੌਰ 'ਤੇ ਆਪਣੇ ਵੱਲੋਂ ਜਵਾਬ ਤਾਂ ਨਹੀਂ ਦਿੱਤਾ। ਚੁੱਪੀ ਕਰਕੇ ਸੋਚਿਆ ਵੀ ਉੱਧਰੋਂ ਗੁਰੂ ਬਾਬਾ ਜੀ ਦਾ ਵੀ ਬਚਨ ਮੰਨਣਾ ਹੀ ਪੈਣਾ ਹੈ। ਪਰ ਛੇਤੀ ਹੀ ਜਦੋਂ ਭਾਈ ਮਰਦਾਨਾ ਜੀ ਨੇ ਪਿੱਛੇ ਨੂੰ ਮੋੜੇ ਪਾਤੇ, ਦੇਖ ਲਿਆ ਮਾਤਾ ਤ੍ਰਿਪਤਾ ਜੀ ਨੇ ਵੀ ਬਾਹਰ ਕਿਤੇ
ਮੇਰਾ ਪਿਆਰਾ ਲਾਲ ਜ਼ਰੂਰ ਬੈਠਾ ਹੋਏਗਾ। ਇਹ ਜਿਸ ਕਰਕੇ ਭਾਈ ਮਰਦਾਨਾ ਜੀ ਛੇਤੀ ਆਪਣੇ ਘਰ ਤੋਂ ਵਾਪਸ ਆ ਗਏ ਹਨ। ਪਰ ਜਦੋਂ ਸਾਹਮਣੇ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਸ਼ਨ ਕੀਤਾ, ਸਤਿਗੁਰੂ ਜੀ ਵੀ ਆਪਣੀ ਮਾਤਾ ਜੀ ਨੂੰ ਦੂਰੋਂ ਦੇਖਣ ਸਾਰ ਸਾਹਮਣੇ ਖੜੇ ਹੋ ਗਏ ਸਨ। ਆਉਣ ਸਾਰ ਮਾਤਾ ਤ੍ਰਿਪਤਾ ਜੀ ਨੇ ਘੁੱਟ ਕਰਕੇ ਗੁਰੂ ਬਾਬਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ। ਵੱਡੇ ਵੱਡੇ ਹੰਝੂਆਂ ਦੇ ਨਾਲ ਸਤਿਗੁਰੂ ਜੀ ਦੇ ਜਿਹੜੇ ਪਾਏ ਹੋਏ ਵਸਤਰ ਉਹ ਵੀ ਗਿੱਲੇ ਕਰ ਦਿੱਤੇ ਸਨ। ਇਤਨੇ ਨੂੰ ਬਾਬਾ ਕਲਿਆਣ ਚੰਦ ਜੀ ਉਹ ਵੀ ਘੋੜੀ 'ਤੇ ਹੋ ਕਰਕੇ ਸਵਾਰ ਸਤਿਗੁਰੂ ਜੀ ਦੇ ਪਾਸ ਹੀ ਪਹੁੰਚ ਗਏ ਹਨ। ਪਰਿਵਾਰ ਦੇ ਹਿਰਦੇ ਦੇ ਅੰਦਰ ਬੜਾ ਬੈਰਾਗ, ਬੜੀ ਉਦਾਸੀ ਭਰੀ ਹੋਈ ਹੈ। ਉਸ ਸਮੇਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪੁੱਤਰ ਦੇਖ, ਮੈਂ ਤੇਰੇ ਛਕਣ ਦੇ ਲਈ ਆਪਣੇ ਘਰੋਂ ਬੜੇ ਸਵਾਦਿਸ਼ਟ ਭੋਜਨ ਬਣਾ ਕਰਕੇ ਲਿਆਈਆਂ। ਬਰਤਨਾਂ ਦੇ ਵਿੱਚ ਪਾ ਕਰਕੇ ਜਦੋਂ ਮਾਤਾ ਜੀ ਨੇ ਸਾਹਮਣੇ ਰੱਖੇ, ਸੁਣ ਕਰਕੇ ਗੁਰੂ ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਅਸੀਂ ਤਾਂ ਨਾ ਇਹੋ ਜਿਹਾ ਇੱਕ ਭੋਜਨ ਪਰਮਾਤਮਾ ਦੇ ਨਾਮ ਦਾ ਜਦੋਂ ਦਾ ਛਕਿਆ ਹੈ, ਉਦੋਂ ਦੀ ਸਰੀਰ ਦੇ ਵਿੱਚੋਂ ਭੁੱਖ ਅਤੇ ਪਿਆਸ ਇਹ ਦੋਵੇਂ ਹੀ ਸਦਾ ਵਾਸਤੇ ਖਤਮ ਹੋ ਗਈਆਂ। ਸਾਨੂੰ ਤਾਂ ਹੁਣ ਪੇਟ ਦੇ ਅੰਦਰ ਕਦੇ ਵੀ ਨਾ ਭੋਜਨ ਅਤੇ ਨਾ ਪਾਣੀ ਦੀ ਪਿਆਸ ਨਹੀਂ ਲੱਗਦੀ ਹੈ। ਪਰ ਉਸ ਸਮੇਂ ਜਦੋਂ ਮਹਾਰਾਜ ਨੇ ਐਸੇ ਬਚਨ ਕੀਤੇ, ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਸਾਨੂੰ ਤਾਂ ਕੋਈ ਇਹੋ ਜਿਹਾ ਭੋਜਨ ਪਾਣੀ ਤੇਰੇ ਸਾਹਮਣੇ ਰੱਖਿਆ ਹੋਇਆ ਨਜ਼ਰ ਨਹੀਂ ਆਉਂਦਾ। ਪਹਿਲਾ ਸ਼ਬਦ ਸਤਿਗੁਰੂ ਜੀ ਨੇ ਬੜਾਂਸ ਰਾਗ ਦੇ ਵਿੱਚ ਉਚਾਰਨ ਕੀਤਾ, ਅਮਲੇ ਅਮਲ ਅੰਬੜ ਮੱਛੀ ਨੀਰ ਨਾ ਹੋਏ, ਜੋਰ ਤੈਸੈ ਆਪਣੇ ਤੈਨ ਭਾਵੈ। ਸਭ ਕੋਈ ਵੀ ਸਾਡੀ ਪ੍ਰੀਤੀ ਤਾਂ ਅੱਠੇ ਪੈਰ ਦਿਨ ਰਾਤ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜੀ ਰਹਿੰਦੀ ਹੈ। ਜਿਨ੍ਹਾਂ ਦਾ ਚੰਚਲ ਮਨ ਸਦਾ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਕਿਤੇ ਜੁੜ ਗਿਆ ਨਾ, ਉਹਨਾਂ ਨੂੰ ਨਾ ਕਦੇ ਭੁੱਖ ਨਾ ਕਦੇ ਪਿਆਸ ਤੰਗ ਨਹੀਂ ਕਰ ਸਕੇਗੀ। ਪਰ ਐਸਾ ਜਿਹੜਾ ਨਾਮ ਉਹ ਬਿਰਲਿਆਂ ਦੇ ਹਿਰਦੇ ਦੇ ਅੰਦਰ ਹੀ ਵਸਿਆ ਕਰਦਾ ਹੈ, ਉਸ ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਜਿਹੜੀਆਂ ਨੇ ਸੰਸਾਰਕ ਖੁਸ਼ਕੀਆਂ, ਰੌਣਕਾਂ ਠੌਣਕਾਂ, ਗਾਉਣ ਵਜਾਉਣ, ਜੋ ਵੀ ਇਹਨਾਂ ਦੇ ਸੁੱਖ ਹੈਗੇ, ਭਾਵੇਂ ਇੱਕ ਥੋੜ੍ਹੇ ਟਾਈਮ ਦੇ ਲਈ, ਕੋਈ ਵੀ ਐਸਾ ਆਨੰਦ, ਐਸਾ ਜਿਹੜਾ ਸੁੱਖ ਵਾਹਿਗੁਰੂ ਦੇ ਨਾਮ ਦੇ ਤੁਲ ਤਾਂ ਪੁੱਜ ਨਹੀਂ ਨਾ ਸਕਦਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਅੱਜ ਵੀ ਜਿਹੜਾ ਦੀਵਾਲੀ ਦਾ ਤਿਉਹਾਰ ਤਕਰੀਬਨ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਲੋਕੀ ਆਪੋ ਆਪਣੇ ਘਰਾਂ, ਆਪੋ ਆਪਣੇ ਪਰਿਵਾਰਾਂ ਦੇ ਵਿੱਚ ਦੇਖੋ ਕਿਵੇਂ ਬੜੀਆਂ ਖੁਸ਼ੀਆਂ ਔਰ ਚਾਵਾਂ ਦੇ ਨਾਲ ਤਾਂ ਮਨਾ ਰਹੇ ਨੇ ਜ਼ਰੂਰ, ਪਰ ਇਹ ਜਿਹੜੀ ਖੁਸ਼ੀ, ਇਹ ਜਿਹੜੇ ਚਾਅ ਸਦਾ ਵਾਸਤੇ ਰਹਿਣ ਵਾਲੇ ਤਾਂ ਹੈ ਨਹੀਂ, ਬਸ ਥੋੜ੍ਹਾ ਟਾਈਮ ਗੁਜ਼ਰਨ ਦੀ ਦੇਰ ਹੈ। ਨਾਲ ਦੀ ਨਾਲ ਇਹ ਜਿਹੜੀਆਂ ਖੁਸ਼ੀਆਂ, ਇਹ ਚਾਅ ਕੱਟਣੇ ਸ਼ੁਰੂ ਹੋ ਜਾਣੇ ਹਨ। ਹੋਲੇ ਮਹੱਲੇ ਦਾ ਤਿਉਹਾਰ ਜਾਂ ਫਿਰ ਦੁਸਹਿਰਾ ਪਹਿਲਾਂ ਲੰਘ ਕੇ ਗਿਆ,
ਤੇ ਅੱਜ ਹੈ ਦੀਵਾਲੀ ਦਾ ਬਹੁਤ ਵੱਡਾ ਪੁਰਾਤਨ ਸਮੇਂ ਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਚੱਲਿਆ ਆਉਂਦਾ ਹੈ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ 12 ਦੇ ਵਿੱਚ ਕਈ ਐਸੀਆਂ ਉਦਾਹਰਨਾਂ ਦਿੰਦਿਆਂ ਹੋਇਆਂ ਇਹੀ ਜਿਹੜੀ ਹਕੀਕਤ ਸਿੱਧ ਕੀਤੀ ਹੈ। ਦੀਵਾਲੀ ਕੀ ਰਾਤ ਦੀਵੇ ਬਾਲੀਅਨ। ਅੱਜ ਕੱਲ੍ਹ ਹੈ ਸੈਨ ਦਾ ਜ਼ਮਾਨਾ, ਰੰਗ ਬਰੰਗੀਆਂ ਲੜੀਆਂ, ਭਾਵੇਂ ਕੋਈ ਸਾਰਾ ਸਾਲ ਇਹਨੂੰ ਜਗਾਈ ਚੱਲੇ, ਕੋਈ ਖਾਸ ਤੌਰ 'ਤੇ ਫਰਕ ਨਹੀਂ ਪੈਂਦਾ। ਪਰ ਪਹਿਲੇ ਸਮਿਆਂ ਦੇ ਵਿੱਚ ਲੋਕ ਆਮ ਤੌਰ 'ਤੇ ਆ ਦੇਸੀ ਘਿਓ ਲਾ ਲਓ ਜਾਂ ਫਿਰ ਸਰੋਂ ਦਾ ਤੇਲ ਹੈ, ਇਸ ਦੇ ਹੀ ਦੀਵੇ ਆਪੋ ਆਪਣੇ ਘਰਾਂ, ਧਾਰਮਿਕ ਸਥਾਨਾਂ ਔਰ ਮਕਾਨਾਂ ਦੇ ਬਨੇਰਿਆਂ ਦੇ ਉੱਪਰ ਜਲਾ ਕਰਕੇ ਬੜੀਆਂ ਖੁਸ਼ੀਆਂ ਜ਼ਾਹਰ ਕਰਿਆ ਕਰਦੇ ਸੀ। ਪਰ ਜੇ ਮਾੜਾ ਜਿਹਾ ਕਿਤੇ ਆ ਗਿਆ ਨਾ ਹਵਾ ਦਾ ਬੁੱਲਾ, ਨਾਲ ਦੀ ਨਾਲ ਇਹ ਮਾੜੇ ਮੋਟੇ ਜਿਹੜੇ ਜਗਾਏ ਹੋਏ ਦੀਵੇ ਬੁਝ ਜਾਣੇ ਹਨ। ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ, ਦੀਵਾ ਵਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਪਰ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਕਿਤੇ ਹੋ ਜਿਹਾ ਗੁਰੂ ਦਾ ਸ਼ਬਦ ਰੂਪੀ ਜਿਹੜਾ ਦੀਵਾ ਜਾਂ ਫਿਰ ਆਪਣੇ ਮੁਰਸ਼ਦ ਤੋਂ ਐਸਾ ਇੱਕ ਜਿਹੜਾ ਗਿਆਨ ਰੂਪੀ ਦੀਵਾ ਪ੍ਰਾਪਤ ਕਰਕੇ ਤੇ ਜਗਾ ਲਿਆ ਨਾ, ਉਹ ਵੀ ਫਿਰ ਉਹਦੀ ਜਿਹੜੀ ਲਾਈਟ, ਉਹਦੀ ਰੋਸ਼ਨੀ ਇਸੇ ਤਰ੍ਹਾਂ ਹੀ ਜੁਗਾ ਜਗੰਤਰ ਹੁੰਦੀ ਰਹਿਣੀ ਹੈ ਨਾ। ਜਿਨ੍ਹਾਂ ਦੇ ਮਨ ਦੇ ਅੰਦਰ ਗਿਆਨ ਰੂਪੀ ਦੀਵਾ ਕਿਤੇ ਜਗ ਪਿਆ ਹੈ, ਉਹਨਾਂ ਦੀ ਵਡਿਆਈ, ਉਹਨਾਂ ਦਾ ਨਾਮ ਸਦਾ ਵਾਸਤੇ ਸੰਸਾਰ ਦੇ ਵਿੱਚ ਸੂਰਜ ਦੇ ਸਮਾਨ ਚਮਕਦਾ ਹੀ ਰਹਿੰਦਾ ਨਾ। 15 ਭਗਤਾਂ ਦੇ ਸ਼ਬਦ ਜੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕੀਤੇ ਹੋਏ ਹਨ, ਉਹਨਾਂ ਦੇ ਨਾਮ ਦੀ ਜਿਹੜੀ ਧੁਨੀ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਹੁਣ ਵੀ ਪੈਂਦੀ ਰਹਿੰਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਪੈਂਦੀ ਰਹੇਗੀ। ਹੋਰ ਆ ਦੁਨੀਆ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਰੋਜ਼ ਦੀ ਰੋਜ਼ ਕਿਤਨੇ ਜੰਮਦੇ ਨੇ, ਕਿਤਨੇ ਮਰਦੇ ਨੇ, ਕੋਈ ਕਿਸੇ ਨੂੰ ਬਾਅਦ ਦੇ ਵਿੱਚ ਯਾਦ ਨਹੀਂ ਕਰਦਾ। ਜਿਨ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੋਗ ਜੋਗ ਹੋਈ, ਕੋਈ ਨਾ ਮੇਟਣ ਹਾਰਾ। ਦੀਵਾਲੀ ਕੀ ਰਾਤ ਦੀਵੇ ਵਾਲੀਅਨ। ਇਹਨਾਂ ਦੀਵਿਆਂ ਦੀ ਜਿਹੜੀ ਰੋਸ਼ਨੀ ਹੈ, ਜਿਹੜੀ ਲਾਈਟ, ਇਹਦੀ ਬਹੁਤ ਥੋੜ੍ਹੀ ਜਿਹੀ ਮਨ ਯਾਦ ਹੈ। ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਆ ਜਿਹੜੇ ਤਾਰੇ ਰਾਤ ਦੇ ਮੌਕੇ ਤਾਂ ਆਪਾਂ ਨੂੰ ਜ਼ਰੂਰ ਨਜ਼ਰ ਆਉਂਦੇ ਹਨ, ਪਰ ਜਦੋਂ ਚੜ੍ਹ ਗਿਆ ਦਿਨ, ਨਾਲ ਦੀ ਨਾਲ ਇਹਨਾਂ ਨੇ ਵੀ ਅਲੋਪ ਹੋ ਜਾਣਾ। ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ। ਜਦੋਂ ਬਗੀਚਿਆਂ ਦੇ ਵਿੱਚ ਕਿਤੇ ਫਲ ਖਿੜ ਕੇ ਦੇਖ ਲਿਆ, ਮਾਲੀ ਨੇ ਵੀ ਇਹਨਾਂ ਦੇ ਵਿੱਚੋਂ ਖੁਸ਼ਬੂ ਔਰ ਸੁਗੰਧੀ ਆਉਣ ਲੱਗ ਪਈ ਹੈ। ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ। ਉਹਨਾਂ ਨੂੰ ਫਿਰ ਜਿਵੇਂ ਟਾਲੀਆਂ ਨਾਲੋਂ ਤੋੜ ਲਿਆ ਨਾ, ਨਾਲ ਦੀ ਨਾਲ ਵੱਡੇ ਵੱਡੇ ਖਿੜੇ ਹੋਏ ਜਿਹੜੇ ਫੁੱਲ ਮੁਰਝਾਉਣੇ ਸ਼ੁਰੂ ਹੋ ਜਾਂਦੇ ਹਨ, ਜ਼ਿਆਦਾ ਟਾਈਮ ਨਹੀਂ ਕੱਢਦੇ। ਫੁੱਲਾਂ ਕੀ ਬਾਗਾਤ ਚੁਣ ਚੁਣ ਚਾਲੀਅਨ। ਕੋਈ ਫੁੱਲਾਂ ਦੀ ਜਦੋਂ ਗਲ ਦੇ ਵਿੱਚ ਬਣਾ ਕਰਕੇ ਨਾ ਮਾਲਾ ਪਾ ਲੇ, ਉਹ ਥੋੜ੍ਹੇ ਟਾਈਮ ਦੇ ਬਾਅਦ ਉਹਦੀਆਂ ਨਿੱਕੀਆਂ ਨਿੱਕੀਆਂ ਪੱਤੀਆਂ ਜੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ। ਆ ਜਿਹੜੇ ਨੇ ਵੱਡੇ ਵੱਡੇ ਧਰਤੀ ਦੇ ਉੱਪਰ ਬਣੇ ਹੋਏ ਤੀਰਥ ਆ, ਜਿਵੇਂ ਕੁੰਭ ਦਾ ਮੇਲਾ ਹੈ। ਜਦੋਂ ਤਾਂ ਹੋਵੇ ਕੁੰਭ ਦਾ ਮੇਲਾ, ਫਿਰ ਉੱਥੇ ਹਰਿਦੁਆਰ ਦੀ ਧਰਤੀ 'ਤੇ ਕਿਸੇ ਨੂੰ ਪੈਰ ਧਰਨ ਜੋਗੀ ਜਗ੍ਹਾ ਨਹੀਂ ਮਿਲਦੀ। ਜਿਹੜੀ ਮੇਨ ਰੋਡ ਉੱਥੋਂ ਵੀ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਉੱਥੇ ਫਿਰ ਯਾਤਰੀਆਂ ਦੀ ਹਿਫਾਜ਼ਤ ਲਈ ਗੌਰਮੈਂਟ ਨੂੰ ਵੱਡੇ ਵੱਡੇ ਪ੍ਰਬੰਧ ਥਾਂ ਥਾਂ 'ਤੇ ਰੱਸੀਆਂ ਲਗਾਉਣੀਆਂ ਪੈਂਦੀਆਂ ਹਨ। ਪਰ ਜਦੋਂ ਕੁੰਭ ਦਾ ਮੇਲਾ ਗਿਆ ਲੰਘ, ਉੱਥੇ ਕੋਈ ਵੀ ਯਾਤਰੂ, ਕੋਈ ਮੁਸਾਫਰ ਨਹੀਂ ਦਿਸੇਗਾ। ਉਹੀ ਵੈਸ ਰੋਈਆਂ ਬਿਆਬਾਨਾਂ ਦੇ ਸਮਾਨ ਜਗ੍ਹਾ ਬਣ ਜਾਂਦੀ ਹੈ। ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ। ਜਦੋਂ ਮੇਲਾ ਲੰਘ ਗਿਆ, ਜਿਹੜੇ ਯਾਤਰੂਆਂ ਦੇ ਕਾਫਲਿਆਂ ਦੇ ਕਾਫਲੇ ਜਾਂਦੇ ਹੋਏ ਦਿਸਦੇ ਜ਼ਰੂਰ ਨੇ, ਪਰ ਥੋੜ੍ਹੇ ਟਾਈਮ ਬਾਅਦ ਉੱਥੇ ਕੋਈ ਵੀ ਨਹੀਂ ਰਹਿੰਦਾ। ਤੀਰਥ ਜਾਤੀ ਜਾਤ ਨਦਰ ਨਿਹਾਲੀਆਂ ਹਰ ਚੰਦੌਰੀ ਜਾਤ ਬਸਾਏ ਉਹ ਚਾਲੀਆਂ। ਜਿਵੇਂ ਬੱਚੇ ਕਈ ਵਾਰੀ ਆ 7 ਪੀਂਘਾਂ ਜੀਆਂ ਜਿਹੜੀਆਂ ਹੁੰਦੀਆਂ ਨੇ ਰੰਗ ਬਰੰਗੀਆਂ ਘਾਹ ਦੇ ਵਿੱਚ, ਵੀ ਇਹ ਹਰੀ ਚੰਦ ਦੀ ਨਗਰੀ ਆ ਦੇਖੋ ਕਿਵੇਂ ਸਾਹਮਣੇ ਦਿਸਣ ਲੱਗ ਪਈ। ਹਰ ਚੰਦੌਰੀ ਜਾਤ ਬਸਾਏ ਉਹ ਚਾਲੀਆਂ। ਉਹ ਵੀ ਥੋੜ੍ਹੇ ਟਾਈਮ ਬਾਅਦ ਅਲੋਪ ਹੋ ਜਾਏਗੀ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਇਹ ਜਿਹੜਾ ਦੀਵਾਲੀ ਦਾ ਤਿਉਹਾਰ ਭਾਵੇਂ ਤ੍ਰੇਤੇ ਯੁੱਗ ਤੋਂ ਹੀ ਸਮਾਜ ਦੇ ਵਿੱਚ ਲੋਕਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਭਗਵਾਨ ਰਾਮਚੰਦਰ ਜੀ 14 ਸਾਲਾਂ ਦਾ ਕੱਟ ਕਰਕੇ ਬਨਵਾਸ ਵਾਪਸ ਆ ਗਏ ਅਯੁੱਧਿਆਪੁਰੀ ਦੇ ਵਿੱਚ। ਜਦੋਂ ਉਹਨਾਂ ਦੀ ਫਿਰ ਤਾਜ ਪੋਸ਼ੀ ਹੋਣੀ ਸੀ, ਤਾਜ ਪੋਸ਼ੀ ਹੋ ਗਈ। ਪਬਲਿਕ ਨੇ ਇਸ ਖੁਸ਼ੀ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਵਿਹੜਿਆਂ ਦੇ ਵਿੱਚ ਥਾਂ ਥਾਂ 'ਤੇ ਬੜੀਆਂ ਖੁਸ਼ੀਆਂ ਮਨਾਈਆਂ ਸਨ। ਗੁਰੂ ਘਰ ਦੇ ਵਿੱਚ ਇਸ ਦੀਵਾਲੀ ਦੇ ਤਿਉਹਾਰ ਦੀ ਮਾਨਤਾ ਉਦੋਂ ਤੋਂ ਜ਼ਿਆਦਾਤਰ ਸੰਗਤਾਂ ਦੇ ਵਿੱਚ ਵੱਧ ਗਈ ਜਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਤੀਰ ਦੀ। ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਉਹਨਾਂ 52 ਰਾਜਿਆਂ ਨੂੰ ਲੈ ਕਰਕੇ ਵਾਪਸ ਮੁੜੇ। ਅੱਜ ਜਿੱਥੇ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੱਡੇ ਵੱਡੇ ਅਸਥਾਨ ਬਣੇ ਹੋਏ ਹਨ, ਸੰਗਤਾਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਸਹਿਤ ਉੱਥੇ, ਜਿਹਨੂੰ ਆਪਾਂ ਕਹਿੰਦੇ ਆ ਵੀ ਬੰਦੀ ਛੋੜ ਦਿਵਸ। ਸਤਿਗੁਰੂ ਜੀ ਜਦੋਂ ਕਈ ਕਾਰਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਪਹੁੰਚੇ, ਇਤਿਹਾਸਕਾਰਾਂ ਨੇ ਆਪੋ ਆਪਣੀ ਸ੍ਰੇਸ਼ਟ ਬੁੱਧੀ ਦੇ ਮੁਤਾਬਕ ਕਈ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਖਿਆਲ ਆ ਤੇ ਇਹੋ ਜਿਹੀਆਂ ਵਿਚਾਰਾਂ ਲਿਖੀਆਂ ਹੋਈਆਂ ਨੇ। ਪਰ ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ, ਉਹ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੇ ਲਿਆ ਵੀ ਇਹ ਜਿਹੜੇ ਦੁਸ਼ਟ ਇਹ ਜ਼ਾਲਮ ਪਾਪੀ ਇਉਂ ਤਾਂ ਨਹੀਂ ਇਹਨਾਂ ਦੀ ਅਕਲ ਠਿਕਾਣੇ ਆਉਣੀ। ਫਿਰ ਮਹਾਰਾਜ ਨੇ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਦੂਜੀ ਆ ਗਈ ਪੀਰੀ ਦੀ। 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਰਾਜ ਦੀ ਇੱਕ ਵਜ਼ੀਰ ਦੀ, ਇੱਕ ਰਾਖੀ ਕਰੇ ਤਕਦੀਰ ਦੀ।
ਪਰ ਜਦੋਂ ਸਤਿਗੁਰੂ ਜੀ ਨੇ ਉਸ ਸਮੇਂ ਆਪਣੇ ਪਾਸ ਗੁਰ ਸਿੱਖਾਂ ਦੀਆਂ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਰੋਜ਼ ਦੀ ਰੋਜ਼ ਸਾਸਤਰ ਵਿੱਦਿਆ ਦਾ ਅਭਿਆਸ ਵੀ ਹੋਣ ਲੱਗ ਪਿਆ। ਥੋੜ੍ਹੇ ਟਾਈਮ ਬਾਅਦ ਮਹਾਰਾਜ ਨੇ ਸ੍ਰੀ ਅਕਾਲ ਤਖਤ ਦੀ ਜਿਹੜੀ ਰਚਨਾ ਵੀ ਕਰਵਾ ਦਿੱਤੀ। ਦੇਸ਼ਾਂ ਵਿਦੇਸ਼ਾਂ 'ਚੋਂ ਬੜੇ ਪ੍ਰੇਮੀਆਂ ਨੇ ਆਪਣੀਆਂ ਜਿਹੜੀਆਂ ਸੋਨੇ ਵਰਗੀਆਂ ਜ਼ਿੰਦਗੀਆਂ ਮਹਾਰਾਜ ਦੇ ਚਰਨਾਂ 'ਚ ਸੇਵਾ 'ਚ ਹੀ ਭੇਟਾ ਕਰ ਦਿੱਤੀਆਂ। ਨਗਾਰੇ ਵੱਜਣ ਲੱਗ ਪਏ। ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਰਿਪੋਰਟਾਂ ਪਹੁੰਚ ਗਈਆਂ। ਬਾਦਸ਼ਾਹ ਜਹਾਂਗੀਰ ਦੇ ਪਾਸ ਜਿਹੜੇ ਹੋਰ ਗੁਰੂ ਘਰ ਦੇ ਬੜੇ ਪੁਰਾਤਨ ਸਮੇਂ ਤੋਂ ਦੋਖੀ ਨਿੰਦਕ ਚੁਗਲ ਬਣੇ ਹੋਏ ਸੀ, ਉਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਵੀ ਇਹਨਾਂ ਨੇ ਤਾਂ ਪਹਿਲਾਂ ਵਾਲੀ ਜਿਹੜੀ ਰੌ ਰੀਤੀ ਬਿਲਕੁਲ ਬਦਲ ਕਰਕੇ ਰੱਖ ਦਿੱਤੀ ਹੈ ਔਰ ਪਹਿਲਾਂ ਗੁਰਤਾ ਗੱਦੀ ਨੂੰ ਛੱਡ ਕੇ ਸਿੰਘਾਸਨ ਲਗਾ ਲਿਆ ਔਰ ਆਪਣੇ ਪਾਸ ਬੜੀ ਸੈਨਾ ਭਰਤੀ ਕਰ ਲਈ ਹੈ। ਬੜੇ ਬੜੇ ਨਗਾਰੇ ਤਿਆਰ ਕਰਵਾ ਲਏ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਿਹੜੇ ਪ੍ਰੇਮੀ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੇ ਉਹਨਾਂ ਨੂੰ ਨੇਜੇਬਾਜੀ, ਘੋੜ ਸਵਾਰੀ ਔਰ ਤੀਰਅੰਦਾਜ਼ੀ ਸਾਸਤਰ ਵਿੱਦਿਆ ਦੀ ਬੜੀ ਪ੍ਰੈਕਟਿਸ ਕਰਵਾਈ ਜਾਂਦੀ। ਇਹਨੇ ਦੇ ਲਿਆ ਵੀ ਇਹ ਤਾਂ ਮੇਰੇ ਰਾਜ ਭਾਗ ਦੇ ਅੱਗੇ ਇੱਕ ਬਹੁਤ ਵੱਡੀ ਇਹੋ ਜਿਹੀ ਘਟਨਾ ਵਾਪਰਨ ਵਾਲੀ ਪੈਦਾ ਹੋ ਗਈ। ਇਹਦੇ ਨਾਲ ਤਾਂ ਮੈਨੂੰ ਰਾਜ ਭਾਗ ਦੇ ਵਿੱਚ ਬੜਾ ਖਤਰਾ ਪੈਦਾ ਹੋ ਜੂ। ਕੱਲ੍ਹ ਨੂੰ ਕੋਈ ਐਸੀ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਕੋਈ ਗਦਰ ਪੈਦਾ ਕਰ ਦਿੱਤਾ, ਮੈਨੂੰ ਤਾਂ ਫਿਰ ਕੰਟਰੋਲ ਕਰਨਾ ਬੜਾ ਔਖਾ ਹੋ ਜਾਣਾ ਨਾ। ਇਹਨਾਂ ਰਿਪੋਰਟਾਂ ਨੂੰ ਸੁਣਦਿਆਂ ਹੋਇਆਂ ਬਾਦਸ਼ਾਹ ਜਹਾਂਗੀਰ ਨੇ ਬਹਾਨਾ ਜਿਹੀ ਬਣਾ ਲਿਆ ਸਤਿਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਭੇਜਣ ਵਾਸਤੇ। ਪਰ ਜਦੋਂ ਸਵਾ ਕੁ ਮਹੀਨਾ 40 ਕੁ ਦਿਨਾਂ ਤੋਂ ਟਾਈਮ ਉੱਪਰ ਲੰਘਦਾ ਦੇ ਕੇ ਸੰਗਤਾਂ ਦੇ ਮਨ ਦੇ ਵਿੱਚ ਬੜੀ ਘਬਰਾਹਟ, ਬੜਾ ਐਸਾ ਇੱਕ ਵਿਰਾਗ ਪੈਦਾ ਹੋ ਗਿਆ ਵੀ ਬਾਦਸ਼ਾਹ ਨੇ ਤਾਂ ਸਵਾ ਕੁ ਮਹੀਨਾ ਕਿਹਾ ਸੀ, ਹੁਣ ਦਿਨ ਉੱਪਰ ਕਿਤਨੇ ਲੰਘਦੇ ਜਾ ਰਹੇ ਹਨ। ਪਰ ਜਦੋਂ ਬਾਬਾ ਬੁੱਢਾ ਜੀ, ਸਾਈਂ ਮੀਆਂ ਮੀਰ ਜੀ ਵਰਗਿਆਂ ਨੇ ਸਮਝਾਇਆ, ਐ ਬਾਦਸ਼ਾਹ ਜੀ ਤੂੰ ਆਪਣੇ ਪ੍ਰਾਣ ਬਚਾਉਣਾ ਚਾਹੁੰਦਾ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਾਹਰ ਲਿਆਉਣਾ ਪਏਗਾ ਕਿ ਤੇਰੀ ਮਰਜ਼ੀ ਹੈ। ਖੈਰ ਸਤਿਗੁਰੂ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਪਹੁੰਚੇ, ਆਪਣੇ 5 ਗੁਰ ਸਿੱਖਾਂ ਦੇ ਸਮੇਤ ਜਿਨ੍ਹਾਂ ਰਾਣੇ ਰਾਜਪੂਤਾਂ ਨੂੰ ਇਹਨੇ ਉਮਰ ਭਰ ਦੀ ਕੀਤੀ ਹੋਈ ਸੀ ਕੈਦ, ਕਿਲ੍ਹੇ ਦੇ ਵਿੱਚ ਬੜੇ ਬੜੇ ਦੁੱਖ, ਬੜੀਆਂ ਤਕਲੀਫਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ। ਨਾ ਤਾਂ ਖਾਣ ਵਾਸਤੇ ਕੋਈ ਚੰਗਾ ਚੋਖਾ ਭੋਜਨ, ਭਾਈ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵੀ ਵਾਰਤਾ ਲੈਤੀ ਵੀ ਇਹਨਾਂ ਦੇ ਕੱਪੜਿਆਂ 'ਚ ਵੱਡੀਆਂ ਵੱਡੀਆਂ ਜੂਆਂ, ਬੜੀ ਬਦਬੂ ਆਉਣ ਲੱਗ ਪਈ। ਫਟੇ ਪੁਰਾਣੇ ਮੈਲ ਕਜੈਲ ਕੱਪੜੇ ਵਿਚਾਰੇ ਜਿਹੜੇ ਰਿਆਸਤਾਂ ਦੇ ਮਾਲਕ, ਅੱਜ ਉਹਨਾਂ ਦੇ ਉੱਪਰ ਇਹੋ ਜਿਹਾ ਦੁਖਦਾਈ ਸਮਾ ਗਿਆ, ਨਾ ਵਿਚਾਰਿਆਂ ਨੂੰ ਪਹਿਨਣ ਦੇ ਲਈ ਬਸਤਰ, ਚੌਲ ਸੜੇ ਜੇ, ਰੁੱਖਾ ਮਿੱਸਾ, ਕਈ ਦਿਨਾਂ ਦਾ ਬਾਸੀ ਜਿਹੜਾ ਭੋਜਨ ਇਹਨਾਂ ਨੂੰ ਖਾਣ ਵਾਸਤੇ ਦਿੱਤਾ ਜਾਂਦਾ ਸੀ। ਪਰ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚ ਗਏ ਨਾ, ਫਿਰ
ਗਵਾਲੀਅਰ ਦੇ ਕਿਲ੍ਹੇ 'ਚ ਇਹਨਾਂ ਨੂੰ ਰੋਜ਼ ਦੀ ਰੋਜ਼ ਤਾਜ਼ਾ ਤਾਜ਼ਾ ਗਰਮ ਗਰਮ ਕੜਾ ਪ੍ਰਸ਼ਾਦ ਛਕਣ ਦੇ ਲਈ ਮਿਲਣ ਲੱਗ ਪਿਆ। ਤੇ ਸਾਰੇ ਇਕੱਠੇ ਹੋ ਕੇ ਬਾਰ-ਬਾਰ ਸਤਿਗੁਰੂ ਜੀ ਦਾ ਆਪਣੇ ਵੱਲੋਂ ਸ਼ੁਕਰਾਨਾ ਕੋਟਾਨ ਕੋਟ ਧੰਨਵਾਦ ਵੀ ਕਰਨ ਲੱਗ ਪਏ। ਸੱਚੇ ਪਾਤਸ਼ਾਹ ਵੀ ਜਿਵੇਂ ਕਹਾਵਤ ਚਲੀ ਆਉਂਦੀ ਹੈ ਨਾ, ਸੰਗਤਾਂ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ 'ਚੋਂ ਜਗਿਆਸੂਆਂ ਸੇਵਕਾਂ ਦਾਸਾਂ ਨੂੰ ਮਿਲਦੇ ਨੇ ਦੋਵੇਂ ਲੋਕਾਂ ਦੇ ਸੁੱਖ। ਇੱਥੇ ਵੀ ਆਪ ਨੇ ਸਾਨੂੰ ਕਿਤਨੇ ਸੁੱਖ ਬਖਸ਼ ਦਿੱਤੇ ਹਨ। ਰੋਜ਼ ਦੀ ਰੋਜ਼ ਖਾਣ ਦੇ ਲਈ ਚੰਗਾ ਚੋਖਾ ਭੋਜਨ ਪਾਣੀ ਪ੍ਰਾਪਤ ਹੋਣ ਲੱਗ ਪਿਆ। ਉਹ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਈ ਦਿਨ ਕੋਈ ਵੀ ਲੰਗਰ ਪਾਣੀ ਛਕਿਆ ਨਹੀਂ। ਗੁਰਸਿੱਖ ਦੇ ਕਰਕੇ ਹੈਰਾਨ ਹੋ ਗਏ ਭਾਈ ਜੇਠਾ ਜੀ, ਭਾਈ ਵਿਧੀ ਚੰਦ ਵੀ ਕੀ ਗੱਲ, ਆਪਾਂ ਰੋਜ਼ ਦੀ ਰੋਜ਼ ਉਹ ਰੱਜ ਕੇ ਖਾ ਲੈਂਦੇ ਹਾਂ। ਮਹਾਰਾਜ ਨੇ ਇੱਕ ਵੀ ਗਰਾਈ ਆਪਣੇ ਮੁੱਖ ਦੇ ਵਿੱਚ ਨਹੀਂ ਪਾਈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰਮੁਖੋ ਅਸੀਂ ਤਾਂ ਇਹਨਾਂ ਦੇ ਘਰ ਦਾ ਇੱਕ ਵੀ ਰੱਤੀ ਪਰ ਅੰਨ ਨਹੀਂ ਖਾਣਾ। ਜੇ ਛਕਾਉਣਾ ਚਾਹੁੰਦੇ ਆ ਬਾਹਰੋਂ ਮਿਹਨਤ ਕਰਕੇ ਲਿਆਓ, ਫਿਰ ਜ਼ਰੂਰ ਛਕ ਲੈਣਾ। ਭਾਈ ਵਿਧੀ ਚੰਦ, ਭਾਈ ਜੇਠਾ ਜੀ ਉਹਨਾਂ ਨੇ ਪਹਿਲਾਂ ਠਠੇਰਿਆਂ ਦੇ ਪਾਸ ਮਜ਼ਦੂਰੀ ਕਰਨੀ, ਮਾਇਆ ਲਿਆ ਕੇ ਉਹਦੇ ਨਾਲ ਸਤਿਗੁਰੂ ਜੀ ਨੂੰ ਫਿਰ ਲੰਗਰ ਪਾਣੀ ਛਕਾਇਆ ਕਰਦੇ ਸੀ। ਉਹ ਤਰ੍ਹਾਂ ਜਦੋਂ ਬਾਦਸ਼ਾਹ ਜਹਾਂਗੀਰ ਨੇ ਦੇ ਲਿਆ ਵੀ ਇਹ ਤਾਂ ਮੇਰੇ ਪ੍ਰਾਣਾਂ ਦੇ ਲਈ ਬੜੀਆਂ ਖਤਰੇ ਦੀਆਂ ਜਿਹੜੀਆਂ ਘੰਟੀਆਂ ਵੱਜਣ ਲੱਗ ਪਈਆਂ ਹਨ। ਵਜ਼ੀਰ ਖਾਨ ਨੇ ਸਮਝਾਇਆ, ਬਾਦਸ਼ਾਹ ਇਹ ਰਾਜ ਭਾਗ ਤਾਂ ਉਤਨਾ ਟਾਈਮ ਤੇਰੇ ਕੰਮ ਆਊ ਨਾ ਜਿਤਨਾ ਚਿਰ ਸਵਾ ਸਾਲ ਦੇ ਨੇ। ਜੇ ਤੇਰੇ ਸਰੀਰ ਦਾ ਅੰਤ ਹੀ ਹੋ ਗਿਆ, ਆ ਰਾਜ ਭਾਗ ਨੂੰ ਤੋਂ ਸਿਰ 'ਤੇ ਜਾ ਕੇ ਪਰਲੋਕ ਦੇ ਵਿੱਚ ਲੈ ਜਾਏਗਾ। ਉਸ ਸਮੇਂ ਪਰ ਜਦੋਂ ਜਹਾਂਗੀਰ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿਲ੍ਹੇ ਦੇ ਵਿੱਚੋਂ ਬਾਹਰ ਲਿਆਉਣ ਦੇ ਲਈ ਆਪਣੇ ਵੱਲੋਂ ਹੁਕਮ ਜਾਰੀ ਕੀਤਾ। ਅਰਦਾਸ ਦਰੋਗਾ ਵੀ ਬੜਾ ਸ਼ਰਧਾਲੂ ਪ੍ਰੇਮੀ ਬਣ ਚੁੱਕੇ ਆ। ਵਜ਼ੀਰ ਖਾਂ ਇਹ ਵੀ ਮਹਾਰਾਜ ਨੂੰ ਲੈਣ ਵਾਸਤੇ ਆ ਗਿਆ। ਉਸ ਸਮੇਂ 52 ਰਾਜੇ ਇਹ ਵੀ ਸਤਿਗੁਰੂ ਜੀ ਦੇ ਅੱਗੇ ਬਾਰ-ਬਾਰ ਬੜੀਆਂ ਮਿੰਨਤਾਂ ਤਰਲੇ ਕਰਨ ਲੱਗ ਪਏ, ਸੱਚੇ ਪਾਤਸ਼ਾਹ ਆਪ ਤੋਂ ਬਗੈਰ ਸਾਨੂੰ ਨਹੀਂ ਕਿਸੇ ਨੇ ਇਸ ਕਿਲ੍ਹੇ ਦੇ ਵਿੱਚੋਂ ਰਿਹਾ ਕਰਵਾਉਣਾ। ਇਹ ਸੁਣ ਕਰਕੇ ਉਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਮਨ ਦੇ ਵਿੱਚ ਬੜਾ ਤਰਸ, ਬੜਾ ਰਹਿਮ ਪੈਦਾ ਹੋ ਗਿਆ ਵੀ ਦੇਖੋ ਵਿਚਾਰੇ ਕਿਵੇਂ ਆਪਣੀ ਬੰਦ ਖਲਾਸੀ ਕਰਾਉਣ ਦੇ ਲਈ ਬਾਰ-ਬਾਰ ਮਹਾਰਾਜ ਦੇ ਅੱਗੇ ਇਹਨਾਂ ਨੇ ਲੜੀਆਂ ਕੱਢੀਆਂ, ਆਪਣੇ ਸਿਰ ਧਰਤੀ ਦੇ ਉੱਪਰ ਰਗੜਨ ਲੱਗ ਪਏ ਸਨ। ਉਸ ਸਮੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੋ ਵੀ ਇਹਨਾਂ ਦੇ ਨਾਲ ਬਹਿ ਕੇ ਬਚਨ ਬਿਲਾਸ ਕੀਤਾ, ਉਹਨਾਂ ਦਾ ਅਨੁਵਾਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ ਕੀਤਾ ਹੋਇਆ। ਹਮਰੇ ਸਦਾ ਪ੍ਰਤਿਗਿਆ ਇਹੀ, ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਪ੍ਰਤਿਗਿਆ ਪ੍ਰਣ ਪਹਿਲਾਂ ਤੋਂ ਹੀ ਧਾਰਨ ਕੀਤਾ ਹੋਇਆ। ਸ਼ਰਨ ਪਰੈ ਕੋ ਤਿਆਗਤ ਨਹੀਂ, ਜਿਹੜਾ ਸ਼ਰਧਾ ਭਾਵਨਾ ਦੇ ਸਹਿਤ ਸਾਡੇ ਚਰਨਾਂ ਦੇ ਵਿੱਚ ਆ ਕੇ ਡਿੱਗ ਪਿਆ ਨਾ, ਸ਼ਰਨ ਪਰੈ ਕੋ ਤਿਆਗਤ ਨਹੀਂ, ਉਹਦਾ ਤਾਂ ਅਸੀਂ ਕਦੇ ਤਿਆਗ ਕੀਤਾ ਹੀ ਨਹੀਂ। ਜੋ ਨਰ ਆਰਤ ਕੈ ਕਵੇਰਾ ਰਾਗ ਗੋਬਿੰਦ ਮੈਂ ਅਬ ਤੇਰਾ, ਜਿਹੜਾ ਵੀ ਮਨੁੱਖ ਇੱਕ ਵਾਰੀ ਵੀ ਦੁਖੀ ਹੋ ਕੇ ਆਵਾਜ਼ ਕੱਢਦੇ ਨਾ, ਜੋ ਨਰ ਆਰਤ ਕੈ ਕਵੇਰਾ
ਰਾਖ ਗੋਬਿੰਦ ਮੈਂ ਅਬ ਤੇਰਾ, ਮੈਂ ਤਾਂ ਤੇਰੇ ਚਰਨਾਂ ਦਾ ਹੀ ਸੇਵਕ ਦਾਸ ਬਣ ਗਿਆ। ਜੀਅਤ ਦਾ ਕਹਾ ਗਿਣਤੀ ਹੈ ਇਹ ਬਚਾਵਨ। ਸਤਿਗੁਰੂ ਜੀ ਕਹਿਣ ਲੱਗੇ ਵੀ ਇੰਨਾ ਮਾੜੇ ਮੋਟੇ ਕਿਲਿਆਂ ਤੋਂ ਬਚਾਉਣਾ ਕੋਈ ਸਾਡੇ ਲਈ ਬਹੁਤੀ ਵਿਸ਼ੇਸ਼ਤਾ ਵਾਲੀ ਗੱਲ ਤਾਂ ਹੈ ਨਹੀਂ। ਕਿਆ ਗਿਣਤੀ ਹੈ ਇਹ ਬਚਾਵਨ, ਨਿਕਟ ਨਾ ਦਿਓ ਦੂਤ ਜਮ ਆਵਨ। ਅਸੀਂ ਤਾਂ ਆਪਣੇ ਗੁਰੂ ਸਿੱਖਾਂ ਦੇ ਨੇੜੇ ਕਦੇ ਧਰਮ ਰਾਜੇ ਦੇ ਦੂਤਾਂ ਨੂੰ ਵੀ ਆਉਣ ਨਹੀਂ ਦਿਆਂਗੇ। ਜੀਅਤ ਦਾਸ ਕੀ ਰਛ ਨਾ ਕਰੈ, ਅਗਰ ਅਸੀਂ ਜਿਉਂਦੇ ਜੀ ਤੁਹਾਡੀ ਰੱਖਿਆ ਨਹੀਂ ਕਰਾਂਗੇ। ਮੂਹੇ ਕਿਮ ਦੁੱਖ ਪਰ ਹਰੈ, ਫਿਰ ਗੁਰਸਿੱਖਾਂ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਪੈਦਾ ਕਿਵੇਂ ਉਹ ਵੀ ਸਤਿਗੁਰੂ ਜੀ ਨੇ ਤਾਂ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ। ਸਾਨੂੰ ਪਰਲੋਕ ਦੇ ਵਿੱਚ ਵੀ ਧਰਮ ਰਾਜੇ ਦੇ ਦੂਤਾਂ ਦੇ ਕੋਲੋਂ ਛਡਾ ਲੈਣਾ। ਮੂਹੇ ਕਿਮ ਦੁੱਖ ਪਰ ਹਰੈ। ਉਹ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਬਾਦਸ਼ਾਹ ਜਹਾਂਗੀਰ ਜੇ ਤਾਂ ਇਹਨਾਂ ਨੂੰ ਛੱਡੇਗਾ ਫਿਰ ਅਸੀਂ ਕਿਲੇ ਦੇ ਵਿੱਚ ਆਵਾਂਗੇ ਨਹੀਂ, ਬਸ ਇੱਥੇ ਹੀ ਬੈਠ ਕੇ ਮਾਲਾ ਫੇਰੀ ਜਾਣੀ ਹੈ, ਬੰਦਗੀ ਕਰਨੀ ਹੈ, ਚਾਹੇ ਬਾਹਰ ਹੋਈ ਚਾਹੇ ਅੰਦਰ ਹੋਈ, ਸਾਨੂੰ ਤਾਂ ਕੋਈ ਫਰਕ ਨਹੀਂ। ਪਰ ਅਖੀਰ ਨੂੰ ਇੱਕ ਚਾਲ ਖੇਡੀ ਬਾਦਸ਼ਾਹ ਜਹਾਂਗੀਰ ਨੇ ਵੀ ਮੈਂ ਤਾਂ ਮਸਾਂ ਇਤਨਾ ਧਨ ਇਤਨੀ ਮਾਇਆ ਬੜੇ ਉਦਮ ਪ੍ਰਸਾਰ ਦੇ ਨਾਲ ਇਹਨਾਂ ਨੂੰ ਪਕੜ ਕੇ ਆ ਕਿਲੇ ਦੇ ਵਿੱਚ ਬੰਦ ਕੀਤਾ। ਕਿਤਨਾ ਤਾਂ ਮੇਰਾ ਇਹਨਾਂ ਨੇ ਫੌਜਾਂ ਦਾ ਨੁਕਸਾਨ ਕਰ ਦਿੱਤਾ, ਕੱਲ ਨੂੰ ਕੋਈ ਪਤਾ ਨਹੀਂ ਬਾਹਰ ਆ ਕੇ ਫਿਰ ਵੀ ਇਹ ਪਹਿਲਾਂ ਦੇ ਸਮਾਨ ਆਪਣੀ ਬਗਾਵਤ ਪੈਦਾ ਕਰ ਸਕਦੇ ਹਨ। ਉਹ ਸਮੇਂ ਜਹਾਂਗੀਰ ਕਹਿਣ ਲੱਗਿਆ ਵੀ ਆਓ ਸਤਿਗੁਰੂ ਜੀ ਅੱਗੇ ਬੇਨਤੀ ਕਰ ਦਿਓ ਮੇਰੇ ਵੱਲੋਂ ਵੀ ਜਿਤਨੇ ਕੁ ਰਾਜੇ ਆਪ ਜੀ ਦਾ ਪੱਲਾ ਫੜ ਲੈਣ ਉਹਨਾਂ ਨੂੰ ਬਾਹਰ ਕੱਢ ਲੈਣੇ ਆ ਅਤੇ ਬਾਕੀਆਂ ਨੂੰ ਉਸੇ ਤਰ੍ਹਾਂ ਆਪਾਂ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਬੰਦ ਰੱਖ ਲੈਣਾ। ਹੁਣ ਸਤਿਗੁਰੂ ਜੀ ਨੇ ਸਰਬਾਗਾ ਅੰਤਰਜਾਮੀ ਇਹਦੀ ਜਿਹੜੀ ਚਲਾਕੀ ਇਹਦੀ ਇਹੋ ਜੀ ਜਿਹਨੂੰ ਕਹਿੰਦੇ ਨੇ ਇੱਕ ਰਾਜਨੀਤਿਕ ਚਾਲ, ਉਹਨੂੰ ਸਤਿਗੁਰੂ ਜੀ ਨੇ ਜਾਣ ਲਿਆ। ਉਹ ਜਿਹੜਾ ਸਤਿਗੁਰੂ ਜੀ ਨੇ ਆਪਣਾ ਚੋਲਾ ਤਿਆਰ ਕਰਵਾਇਆ ਸੀ ਉਹ ਕਢਾਣੀ ਸਾਹਿਬ ਪਿਆ, ਉਸ ਗੁਰਦੁਆਰੇ ਦਾ ਨਾਮ ਹੀ ਚੋਲਾ ਸਾਹਿਬ ਪੱਕਿਆ ਹੋਇਆ। ਸੰਗਤਾਂ ਦੇ ਵਿੱਚ ਆ ਕਢਾਣੀ ਪਿੰਡ ਦੇ ਵਿੱਚ ਵੀ ਮਹਾਰਾਜ ਨੇ ਕਾਫੀ ਸਮਾਂ ਰਹਿ ਕਰਕੇ ਬਤੀਤ ਕੀਤਾ ਸੀ। ਪ੍ਰੇਮੀਆਂ ਨੇ ਉਹ ਜਿਹੜਾ 52 ਕਲੀਆਂ ਵਾਲਾ ਚੋਲਾ ਉਸੇ ਤਰ੍ਹਾਂ ਬੜੇ ਪਿਆਰ ਦੇ ਨਾਲ ਸੰਭਾਲ ਕੇ ਰੱਖਿਆ। ਨੇੜੇ ਹੀ ਆਪਣੇ ਜੋ ਵੱਡੀ ਕਢਾਣੀ ਪਿੰਡ ਪੈਂਦਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕੇ ਸੰਗਤਾਂ ਉਸ ਚੋਲੇ ਦੇ ਹੁਣ ਵੀ ਦਰਸ਼ਨ ਕਰਦੀਆਂ ਹਨ। ਹੋਰ ਵੀ ਕਦੋਂ ਨਿਸ਼ਾਨੀਆਂ ਉਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਗੁਰਸਿੱਖਾਂ ਨੇ ਬੜੇ ਅਦਬ ਸਤਿਕਾਰ ਦੇ ਸਹਿਤ ਸੰਭਾਲ ਕੇ ਰੱਖੀਆਂ ਹੋਈਆਂ ਨੇ। ਜਦੋਂ ਸਤਿਗੁਰੂ ਜੀ ਚਲਦਿਆਂ ਫਿਰ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਪਹੁੰਚੇ, ਉਸ ਸਮੇਂ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਤਿਗੁਰੂ ਜੀ ਦੇ ਆਉਣ ਦੀਆਂ, ਜਿਹਨੂੰ ਆਪਾਂ ਬੜੇ ਪਿਆਰ ਦੇ ਨਾਲ ਬੰਦੀ ਛੋੜ ਦਿਵਸ ਕਹਿ ਦਿੰਦੇ ਹਾਂ। ਸਤਿਗੁਰੂ ਜੀ ਨੇ ਉਹਨਾਂ 52 ਰਾਣੇ ਰਾਜਪੂਤਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਭਾਵੇਂ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਲੋਕੀ ਬੜੇ ਲੰਬੇ ਸਮੇਂ ਤਰੀਤੇ ਯੁੱਗ ਤੋਂ ਹੀ ਮਨਾਉਂਦੇ ਆ ਰਹੇ ਹਨ। ਦੂਸਰੀ ਸਾਈਡ 'ਤੇ ਭਾਈ ਮਨੀ ਸਿੰਘ ਜੀ
ਗੁਰੂ ਘਰ ਦੇ ਅਮਰ ਸ਼ਹੀਦ ਉਹਨਾਂ ਨੇ ਵੀ ਸੋਚਿਆ ਵੀ ਦੀਵਾਲੀ ਦੇ ਤਿਉਹਾਰ ਲੱਗੇ ਨੂੰ ਕਈ ਸਾਲ ਹੋ ਗਏ, ਖਾਲਸਾ ਰਹਿੰਦਾ ਹੈ ਰੋਈਆਂ ਬਿਆਬਾਨਾਂ 'ਚ, ਕਿਉਂ ਨਾ ਹੋਵੇ ਮੀਰੀ ਪੀਰੀ ਦਾ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦੀਵਾਲੀ ਦਾ ਤਿਉਹਾਰ ਮਨਾ ਕੇ ਆਪਾਂ ਸ਼ੁਕਰਾਨਾ ਅਦਾ ਕਰ ਲੈਂਦੇ ਹਾਂ। ਉਹ ਸਮੇਂ ਜ਼ਕਰੀਆ ਖਾਨ ਦਾ ਜਿਹੜਾ ਰਾਜ ਬੜਾ ਜ਼ੋਰਾਂ 'ਤੇ ਸੀ, ਚਾਰੇ ਪਾਸੇ ਬੜੇ ਬੜੇ ਜ਼ੁਲਮ ਵੀ ਹੋ ਰਹੇ ਸੀ, ਸਿੰਘਾਂ ਦੇ ਉੱਪਰ ਸਿਰਾਂ ਦੇ ਮੁੱਲ ਪੈਣੇ, ਬੜੀਆਂ ਕੁਰਬਾਨੀਆਂ ਦਿੱਤੀਆਂ ਖਾਲਸੇ ਨੇ। ਪਰ ਫਿਰ ਵੀ ਉਸ ਸਮੇਂ ਭਾਈ ਮਨੀ ਸਿੰਘ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਪੂਰੇ 17 ਸਾਲ ਬਹੁਤ ਵੱਡੀ ਮਹਾਨ ਸੇਵਾ ਨਿਭਾਈ। ਜਿਹੜਾ ਸੀ ਅਬਦਲ ਰਜ਼ਾਕ ਕਾਜੀ, ਉਹਦੇ ਨਾਲ ਕਈਆਂ ਨੇ 5000, ਕਈਆਂ ਨੇ 10000, ਮਾਇਆ ਦੀ ਗਿਣਤੀ ਤੈਅ ਹੋ ਗਈ ਵੀ ਜੇ ਦੀਵਾਲੀ ਦਾ ਜੇੜ ਮੇਲਾ ਭਰ ਗਿਆ ਤੁਹਾਨੂੰ ਅਸੀਂ ਇਹਦੇ ਵਜ਼ਾਨੇ ਵਜ਼ਨੋਂ 5000 ਦਾ 10000 ਰੁਪਈਆ ਸ਼ਾਹੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦਿਆਂਗੇ। 2000 ਉਹਨੇ ਆਪਣਾ ਅਬਦਲ ਰਜ਼ਾਕ ਕਾਜ਼ੀ ਨੇ ਰਿਸ਼ਵਤ ਦਾ ਰੱਖ ਲਿਆ। ਪਰ ਜਦੋਂ ਦੇਖਿਆ ਵੀ ਇਹਨਾਂ ਮੁਗਲਾਂ ਜ਼ਾਲਮਾਂ ਪਾਪੀਆਂ ਦੇ ਮਨ ਦੇ ਵਿੱਚ ਬੜੀ ਬੇਈਮਾਨੀ ਪੈਦਾ ਹੋ ਗਈ ਵੀ ਇਸ ਬਹਾਨੇ ਆਪਾਂ ਨੇ ਖਾਲਸੇ ਦੇ ਉੱਪਰ ਬੜਾ ਕਤਲੇਆਮ ਕਰ ਦੇਣਾ। ਇਸ ਦੀਵਾਲੀ ਦੇ ਜੋੜ ਮੇਲੇ ਦੇ ਬਹਾਨੇ ਵੱਡੇ ਵੱਡੇ ਯੋਧੇ ਸੂਰਮਿਆਂ ਨੇ ਇੱਥੇ ਆਉਣਾ ਹੈ। ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਲਈ ਉਹਨਾਂ ਨੇ ਇੱਕ ਬਹਾਨਾ ਜਿਹਾ ਕਰ ਲਿਆ ਵੀ ਅਸੀਂ ਪ੍ਰਬੰਧ ਕਰ ਲਈ ਬਹੁਤ ਸਾਰੀ ਲਾਹੌਰ ਸ਼ਹਿਰ ਤੋਂ ਫੌਜ ਸੈਨਾ ਮੰਗਾ ਲਈ। 11 ਕੁ ਦਿਨ ਦਾ ਜਿਹੜਾ ਟਾਈਮ ਇਹਨਾਂ ਨੇ ਦੀਵਾਲੀ ਦਾ ਜਿਹੜਾ ਜੋੜ ਮੇਲਾ ਲਵਾਉਣ ਵਾਸਤੇ ਗੌਰਮੈਂਟ ਤੋਂ ਇਤਨਾ ਟਾਈਮ ਮੰਗਿਆ। ਪਰ ਜਦੋਂ ਦੇ ਲਿਆ ਭਾਈ ਮਨੀ ਸਿੰਘ ਜੀ ਨੇ ਵੀ ਇਹਨਾਂ ਦੇ ਮਨ ਦੇ ਵਿੱਚ ਬੜੀ ਬੇਈਮਾਨੀ ਪੈਦਾ ਹੋ ਗਈ। ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਵੀ ਕਿਤਨੀ ਵੱਡੀ ਮਹਾਨ ਕੁਰਬਾਨੀ ਦਿੱਤੀ। ਜਿੱਥੇ ਲੋਕੀ ਦਾ ਪਾਉਂਦੇ ਨੇ ਦੀਵਿਆਂ ਦੇ ਵਿੱਚ ਕੋਈ ਘਿਓ ਲਾ ਲਓ, ਕੋਈ ਸਰੋਂ ਦਾ ਤੇਲ, ਉੱਥੇ ਭਾਈ ਮਨੀ ਸਿੰਘ ਜੀ ਨੇ ਇਹਨਾਂ ਦੀਵਿਆਂ ਦੇ ਵਿੱਚ ਆਪਣਾ ਖੂਨ ਪਾ ਕਰਕੇ ਔਰ ਜੀ ਰੋਸ਼ਨੀ ਇਹੋ ਜਿਹਾ ਚਾਨਣ ਕੀਤਾ। ਉਦੋਂ ਤੋਂ ਇਸ ਦੀਵਾਲੀ ਦੇ ਤਿਉਹਾਰ ਦੀ ਜਿਹੜੀ ਮਾਨਤਾ ਗੁਰੂ ਬਾਬਾ ਜੀ ਦੇ ਦਰਗਾਹ ਦੇ ਵਿੱਚ ਵੀ ਬੜੀ ਵੱਧ ਗਈ। ਸੋ ਸਾਰੀਆਂ ਸੰਗਤਾਂ ਨੂੰ ਜਿੱਥੇ ਦੀਵਾਲੀ ਦਾ ਤਿਉਹਾਰ ਉੱਥੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਿਹੜਾ ਹੈ ਬੰਦੀ ਛੋੜ ਦਿਵਸ, ਉਹਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ। ਪਰ ਇਹ ਜਿਹੜੀਆਂ ਸੰਸਾਰੀ ਜੋ ਵੀ ਚਾਹ, ਜੋ ਵੀ ਖੁਸ਼ੀਆਂ, ਪਰ ਇਹ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਹੋਏ ਨੇ। ਅੱਜ ਕੱਲ੍ਹ ਨੂੰ ਇਹ ਖੁਸ਼ੀ ਨਹੀਂ ਰਹਿਣੀ ਜਿਹੜੀ ਅੱਜ ਵਾਲੀ ਹੈ, ਰਾਤੋਂ ਰਾਤ ਹੀ ਅੰਦਰੋਂ ਆਪਣੇ ਨਿਕਲ ਜਾਣੀ ਹੈ। ਅਗਰ ਕਿਸੇ ਨੇ ਇਸ ਖੁਸ਼ੀ ਨੂੰ ਸਦਾ ਦੇ ਲਈ ਤਾਂ ਜ਼ਿੰਦਗੀ ਵਾਸਤੇ ਬਰਕਰਾਰ ਰੱਖਣਾ ਹੈ, ਉਹਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਜਿਨ੍ਹਾਂ ਨੇ ਸ਼ਬਦ ਦੀ ਗੁਰੂ ਦੇ ਉਪਦੇਸ਼ ਦੀ ਕਰ ਲਈ ਕਮਾਈ, ਉਹ ਫਿਰ ਐਸਾ ਆਨੰਦ, ਇਹੋ ਜਿਹੀਆਂ ਖੁਸ਼ੀਆਂ ਨੂੰ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤ ਸਰਦੀ, ਸਦਾ ਵਦਾ ਦੀਵਾਲੀ ਸਾਦਗੀ, ਇਕੱਠੇ ਪੈਰ ਬਸੰਤ, ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਖੁਸ਼ੀਆਂ ਸਦਾ ਦੇ ਲਈ ਜ਼ਿੰਦਗੀ ਦੇ ਵਿੱਚ
ਪ੍ਰਾਪਤ ਹੋ ਸਕਦੀਆਂ ਹਨ। ਸੋ ਸਾਰੀਆਂ ਸੰਗਤਾਂ ਨੂੰ ਭਾਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਦਾ ਜੋ ਬੰਦੀ ਛੋੜ ਦਿਵਸ ਉਹਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ। ਸਤਿਗੁਰ ਸ਼ਬਦ ਹਜ਼ਾਰੋਂ ਦੀਪਾ ਗੁਰੂ ਬਾਬਾ ਜੀ ਸਾਡੇ ਅੰਦਰ ਵੀ ਕਿਤੇ ਇਹੋ ਜਿਹਾ ਗਿਆਨ ਦਾ ਦੀਵਾ ਬੁਲਾ ਦੇਣ, ਜਿਸ ਕਰਕੇ ਆਪਾਂ ਵੀ ਫਿਰ ਨਾਮ ਔਰ ਬਾਣੀ ਦੇ ਨਾਲ ਜੁੜ ਕਰਕੇ ਇਹੋ ਜਿਹਾ ਆਨੰਦ, ਇਹੋ ਜਿਹਾ ਸੁੱਖ ਸਦਾ ਵਾਸਤੇ ਪ੍ਰਾਪਤ ਕਰ ਸਕੀਏ। ਭਾਵੇਂ ਰੋਜ਼ਾਨਾ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਮ੍ਰਿਤਮਈ ਕਥਾ ਦਾ ਆਨੰਦ ਸੰਗਤਾਂ ਪ੍ਰੇਮੀ ਮਾਣਦੇ ਰਹਿੰਦੇ ਨੇ, ਪਰ ਅੱਜ ਦੀਵਾਲੀ ਦਾ ਤਿਉਹਾਰ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਬੜਾ ਮਸ਼ਹੂਰ ਹੈ, ਬੜਾ ਪ੍ਰਸਿੱਧ ਹੈ। ਉਹਦੀ ਤੁਸ਼ ਬੁੱਧੀ ਦੇ ਮੁਤਾਬਕ ਵਿਚਾਰ ਕੀਤੀ ਹੈ। ਹੁਣ ਜਿਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਤ੍ਰਿਪਤਾ ਨੂੰ ਇੱਕ ਇਹੋ ਜਿਹੇ ਵਸਤਰਾਂ ਦੇ ਪਰਥਾਏ ਬਚਨ ਸੁਣਾਉਣੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨਿਹਾਲ ਕਰ ਰਹੇ ਨੇ। ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ। ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ। ਏ ਚੌਥ ਏ ਪਾਰ ਬ੍ਰਹਮ ਅਬਨਾਸੀ ਅਗ ਅਗਨਾਸ।